इस चैनल को सब्सक्राइब करें और घंटा दबाना ना भूलें। दुख मेरा बना तेरा किया तूने मुझे प्यार। दुख मेरा बना तेरा किया तूने मुझे प्यार। जीवन प्यारा खाई तूने। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਸਵੇਰ ਦੇ 768ਵੇਂ ਮਨਨ ਦੇ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਵਚਨ ਦਾ ਮਨਨ ਕਰੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਹੈ ਅਤੇ ਆਪਣੀ ਭਲਾਈ ਸਾਡੇ ਉੱਤੇ ਪ੍ਰਗਟ ਕਰਦਾ ਹੈ ਕਿ ਅਸੀਂ ਤੇਰੇ ਨਾਮ ਨੂੰ ਉੱਚਾ ਕਰ ਸਕੀਏ, ਆਦਰ ਦੇ ਸਕੀਏ, ਮਾਣ ਦੇ ਸਕੀਏ। ਅਜਿਹਾ ਸਾਡੇ ਜੀਵਨ ਦੇ ਵਿੱਚ ਹੋਣ ਦੇ ਲਈ ਮਦਦ ਕਰ। ਔਰ ਪਰਮੇਸ਼ਰ ਪਿਤਾ, ਜਿੰਨੇ ਵੀ ਤੇਰੇ ਵਚਨ ਨੂੰ ਸੁਣਦੇ ਨੇ, ਉਹਨਾਂ ਨੂੰ ਆਪਣੀ ਸਮਝ ਅਤੇ ਤੌਫੀਕ ਦੇ ਕੇ ਇਸ ਵਚਨ ਦੇ ਨਾਲ ਆਪਣੇ ਰਾਜ ਵਿੱਚ ਚਲਾਵੀਂ, ਤਾਂ ਕਿ ਆਪ ਦੇ ਨਾਮ ਦੀ ਮਹਿਮਾ ਹੋਵੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦਾ ਜੋ ਮੈਂ ਭਾਗ ਲਿਆ ਹੈ, ਉਹ ਲਿਆ ਹੈ ਜ਼ਬੂਰ 55 ਦਾ 6 ਅਤੇ 8। ਇੱਥੇ ਲਿਖਿਆ ਹੈ, ਦਾਊਦ ਬਾਦਸ਼ਾਹ ਦਾ, ਤਾਂ ਮੈਂ ਆਖਿਆ ਕਾਸ਼ ਕਿ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਤੇ ਆਰਾਮ ਪਾਉਂਦਾ। ਮੈਂ ਹਨੇਰੀ ਅਤੇ ਤੂਫਾਨ ਤੋਂ ਛੇਤੀ ਓਟ ਲੈਂਦਾ। ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਅੱਜ ਦੇ ਮਾਹੌਲ ਦਾ ਸਮਾਂ ਯਾਦ ਆਉਂਦਾ ਹੈ। ਇਹ ਬੜੀ ਗੰਭੀਰ ਗੱਲ ਹੈ। ਇਹ ਦਾਊਦ ਦੇ ਜੀਵਨ ਦੇ ਵਿੱਚ ਉਸ ਦੇ ਪਾਪ ਦੇ ਤਸੀਹਾਂ ਦਾ ਦੁੱਖ ਜਦੋਂ ਉਸ ਦੇ ਜੀਵਨ ਵਿੱਚ ਆਉਂਦਾ ਹੈ, ਤਦ ਦਾਊਦ ਇਹ ਗੱਲ ਲਿਖ ਰਿਹਾ ਹੈ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਕਈ ਵਾਰ ਕਲੀਸਿਆ ਕਈ ਵਿਅਕਤੀਆਂ ਨੂੰ ਅਨੁਸ਼ਾਸਨ ਦੇ ਵਿੱਚ, ਅਨੁਸ਼ਾਸਨ ਦੇ ਅਧੀਨ ਰੱਖਦੀਆਂ, ਪਰ ਕਈ ਲੋਕ ਇਸ ਅਨੁਸ਼ਾਸਨ ਦੇ ਵਿੱਚ ਆਪਣੇ ਆਪ ਨੂੰ ਲਿਆਉਣਾ ਨਹੀਂ ਚਾਹੁੰਦੇ, ਆਪਣੀ ਦੌੜ ਦੇ ਵਿੱਚ ਅੱਗੇ ਦੌੜਨਾ ਚਾਹੁੰਦੇ। ਔਰ ਇਸ ਵਿੱਚ ਕਈ ਬਜ਼ੁਰਗ ਜਾਣਦੇ ਆ ਕਿ ਇਹ ਗਲਤ ਹੈ ਔਰ ਇਹ ਸਹੀ ਨਹੀਂ ਹੈ। ਉਹ ਉਹਨਾਂ ਨੂੰ ਕਹਿੰਦੇ ਆ ਅਸੀਂ ਤਾਂ ਉਹਨਾਂ ਨਾਲ ਪ੍ਰੇਮ ਕਰਦੇ। ਬਾਈਬਲ ਇਸ ਨੂੰ ਪ੍ਰੇਮ ਨਹੀਂ ਕਹਿੰਦੀ ਹੈ, ਇਸ ਨੂੰ ਕਹਿੰਦੀ ਹੈ ਛਲਾਵਾ, ਜਿਹੜਾ ਕਿ ਜਾਣਦੇ ਹੋਏ ਵੀ ਗਲਤੀ ਦਾ ਸਾਥ ਦਿੰਦਾ ਹੈ। ਪਰਮੇਸ਼ਰ ਦੇ ਵਚਨ ਦੇ ਵਿੱਚ ਜਦੋਂ ਮੈਂ ਇਬਰਾਨੀਆਂ ਦੀ ਪੁਸਤਕ ਪੜ੍ਹਦਾ ਹਾਂ ਤਾਂ ਉਸ ਵਿੱਚ ਪਰਮੇਸ਼ਰ ਗਲਤ ਵਿਅਕਤੀ ਦੇ ਲਈ ਤਾੜਨਾ ਅਤੇ ਦੁੱਖ ਦੀ ਗੱਲ ਕਰਦਾ ਹੈ। ਉਹ ਹੈ ਪਰਮੇਸ਼ਰ ਦੇ ਅਨੁਸ਼ਾਸਨ ਦੀ ਗੱਲ। ਮੇਰਾ ਜਿਹੜਾ ਅੱਜ ਦਾ ਇਸ ਸਬਜੈਕਟ ਦੇ ਨਾਲ ਵਿਸ਼ਾ ਹੈ, ਉਹ ਇਹ ਹੈ, ਦੁੱਖ ਅਤੇ ਤਾੜਨਾ ਪਰਮੇਸ਼ਰ ਦੇ ਅਨੁਸ਼ਾਸਨ ਵਜੋਂ ਹੈ। ਦੁੱਖ ਅਤੇ ਤਾੜਨਾ ਪਰਮੇਸ਼ਰ ਦੇ ਅਨੁਸ਼ਾਸਨ ਵਜੋਂ ਹੈ। ਜਿਹੜਾ ਵਿਅਕਤੀ ਇਸ ਅਨੁਸ਼ਾਸਨ ਦੀ ਅਵਹੇਲਨਾ ਕਰਦਾ ਹੈ, ਜਿਹੜਾ ਵਿਅਕਤੀ ਇਸ ਅਨੁਸ਼ਾਸਨ ਨੂੰ ਤਾੜਨਾ ਦੇ ਸਵਰੂਪ ਨਹੀਂ ਦਿੰਦਾ ਹੈ, ਉਹ ਵਿਅਕਤੀ ਪਰਮੇਸ਼ਰ ਦੇ ਵਿਰੋਧ ਵਿੱਚ ਹੈ। ਚਾਹੇ ਉਹ ਇਵੈਂਜਲਿਸਟ ਹੈ, ਚਾਹੇ ਉਹ ਐਲਡਰਸ ਹੈ, ਚਾਹੇ ਉਹ ਡੀਕਨ ਹੈ, ਚਾਹੇ ਉਹ ਵਿਸ਼ਵਾਸੀ ਹੈ। ਮੈਂ ਜਦ ਰਾਜਾ ਦਾਊਦ ਦੇ ਡਾਢੇ ਦੁੱਖ ਵਿੱਚ ਸੀ, ਤਦ ਉਸਨੇ ਇਸ ਗੱਲ ਨੂੰ, ਇਸ ਵਚਨ ਨੂੰ ਜੋ 55 ਦੀ 6 ਦੇ ਵਿੱਚ ਲਿਖਿਆ, ਤਾਂ ਮੈਂ ਆਖਿਆ ਕਾਸ਼ ਕਿ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਅਤੇ ਆਰਾਮ ਪਾਉਂਦਾ। ਦਾਊਦ ਆਪਣੇ ਦੁੱਖਾਂ ਤੋਂ ਭੱਜਣਾ ਚਾਹੁੰਦਾ ਸੀ। ਦਾਊਦ ਆਪਣੇ ਦੁੱਖਾਂ ਦੇ ਵਿੱਚੋਂ ਉਸ ਦਾ ਇਕਰਾਰ ਨਹੀਂ ਸੀ ਕਰਨਾ ਚਾਹੁੰਦਾ ਜੋ ਉਸਨੇ ਗਲਤੀ ਕੀਤੀ ਸੀ।
ਸਾਡੇ ਵਿੱਚ ਬਹੁਤ ਸਾਰੇ ਅਜਿਹੇ ਹੈ, ਜਦੋਂ ਪਤਾ ਲੱਗਦਾ ਹੈ ਕਿ ਇਹ ਗਲਤ ਹੈ ਤਾਂ ਉਸ ਗਲਤੀ ਨੂੰ ਮੰਨਦੇ ਨਹੀਂ ਹੈ। ਮੈਂ ਅੱਜ ਇਸ ਵਿਸ਼ੇ ਤੇ ਕਿਤੇ ਗੱਲ ਕਰਨੀ ਸੀ, ਪਰ ਉੱਥੋਂ ਮੈਨੂੰ ਇਨਕਾਰ ਮਿਲਿਆ। ਮੈਂ ਬਹੁਤ ਦੁਖੀ ਹੋਇਆ, ਕਿਉਂਕਿ ਇਹ ਗੱਲਾਂ ਜਦ ਅਸੀਂ ਜਾਣਦੇ ਹੋਏ ਨਹੀਂ ਕਰਦੇ ਹਾਂ ਤਾਂ ਮੇਰੇ ਭਾਈ ਅਤੇ ਭੈਣ, ਤਾਂ ਅਸੀਂ ਦਾਊਦ ਦੀ ਤਰ੍ਹਾਂ ਇਸ ਗੱਲ ਤੋਂ ਅਸੀਂ ਭੱਜ ਰਹੇ ਹਾਂ, ਜਿੱਥੇ ਉਹ ਕਹਿੰਦਾ ਤਾਂ ਮੈਂ ਆਖਿਆ ਕਾਸ਼ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ ਤਾਂ ਮੈਂ ਉੱਡ ਜਾਂਦਾ ਤੇ ਆਰਾਮ ਪਾਉਂਦਾ। ਦਾਊਦ ਵੀ ਇਹੋ ਗੱਲ ਕਹਿਣਾ ਚਾਹੁੰਦਾ। ਉਸ ਨਾਲ ਉਸ ਵੇਲੇ ਜੋ ਹੋਇਆ ਉਸ ਦੇ ਆਪਣੇ ਪਾਪ ਦੇ ਕਾਰਨ ਸੀ। ਉਸਨੇ ਪਾਪ ਕੀਤਾ ਸੀ, ਔਰ ਇਸ ਪਾਪ ਦੇ ਬਾਰੇ ਪਰਮੇਸ਼ਰ ਨੇ ਆਪਣੇ ਨਬੀ ਨਾਤਾਨ ਦੇ ਰਾਹੀਂ ਉਸ ਨੂੰ ਚਿਤਾਇਆ, ਔਰ ਉਸ ਦਾ ਦੁੱਖ ਉਸ ਦੇ ਉੱਤੇ ਆਇਆ। ਭਾਵੇਂ ਪਰਮੇਸ਼ਰ ਨੇ ਉਸ ਨੂੰ ਮਾਫ ਕਰ ਦਿੱਤਾ, ਪਰ ਫਿਰ ਵੀ ਦੁੱਖ ਉਸ ਦੇ ਜੀਵਨ ਦੇ ਵਿੱਚ ਸੀ। ਅਸੀਂ ਇਹ ਜਾਣਦੇ ਹਾਂ। ਔਰ ਜੇ ਇਹ ਗਲਤ ਬੰਦਿਆਂ ਦਾ ਸਾਥ ਦੇਣ ਵਾਲੇ ਵੀ ਉਸ ਪਾਪ ਦੇ ਭਾਗੀਦਾਰ ਹੋ ਜਾਂਦੇ ਤੇ ਉਸ ਪਾਪ ਦਾ ਦੁੱਖ ਉਹਨਾਂ ਦੇ ਜੀਵਨ ਦੇ ਵਿੱਚ ਵੀ ਆਉਂਦਾ ਹੈ। ਇਹ ਕੋਈ ਆਪਣਾ ਲੁਕੀ ਹੋਈ ਗੱਲ ਨਹੀਂ, ਇਹ ਸਾਹਮਣੇ ਹੈ, ਪਰਮੇਸ਼ਰ ਦੱਸਦਾ ਹੈ। ਮੈਂ ਅੱਜ ਜਦੋਂ ਵਚਨ ਦੇ ਵਿਖੇ ਗੱਲ ਕਰ ਰਿਹਾ ਸੀ ਤਾਂ ਮੈਂ ਦੱਸ ਰਿਹਾ ਸੀ ਕਿ ਜਦੋਂ ਯੋਨਾ ਨਬੀ ਪਰਮੇਸ਼ਰ ਦੇ ਦੱਸੇ ਹੋਏ ਸ਼ਹਿਰ ਦੇ ਵਿੱਚ ਨਹੀਂ ਸੀ ਜਾ ਰਿਹਾ, ਆਪੋਜਿਟ ਜਾ ਰਿਹਾ ਸੀ, ਤਾਂ ਪੂਰੇ ਜਹਾਜ਼ ਦੀ ਪਲਟਣ ਦੇ ਲੋਕ ਵੀ ਖਤਰੇ ਵਿੱਚ ਆ ਗਏ। ਉਹ ਖਤਰੇ ਵਿੱਚ ਚਲੇ ਗਏ। ਤਦ ਯੋਨਾ ਨੇ ਕਿਹਾ ਇਹ ਪਾਪ, ਇਹ ਪਰਮੇਸ਼ਰ ਦਾ ਕ੍ਰੋਧ ਮੇਰੇ ਕਾਰਨ ਆਇਆ, ਮੈਨੂੰ ਵੀ ਸਮੁੰਦਰ ਦੇ ਵਿੱਚ ਸੁੱਟ ਦਿਓ। ਮੇਰੇ ਪਿਆਰੇ ਅਸੀਸ, ਦਾਊਦ ਦੇ ਜੀਵਨ ਦੇ ਵਿੱਚ ਉਸ ਦੇ ਪਾਪ ਦੇ ਕਾਰਨ ਇਹ ਦੁੱਖ ਆਇਆ ਸੀ। ਇਹ ਤਾਂ ਉਸ ਦੇ ਜੀਵਨ ਵਿੱਚ ਪਰਮੇਸ਼ਰ ਦੇ ਅਨੁਸ਼ਾਸਨ ਵਜੋਂ ਸੀ। ਇਹ ਸਾਨੂੰ ਸਮਝਣਾ ਹੈ, ਜੇ ਦੁੱਖ ਆ ਰਿਹਾ ਹੈ, ਇਹ ਤਾੜਨਾ ਮੇਰੇ ਜੀਵਨ ਵਿੱਚ ਆ ਰਹੀ ਹੈ, ਤਾਂ ਇਹ ਦੁੱਖ ਵਜੋਂ ਇਸ ਲਈ ਕਿ ਪਰਮੇਸ਼ਰ ਮੈਨੂੰ ਅਨੁਸ਼ਾਸਨ ਦੇ ਵਿੱਚ ਲੈ ਕੇ ਆ ਰਿਹਾ ਹੈ। ਮੇਰੇ ਜੀਵਨ ਦੇ ਵਿੱਚ ਕਸ਼ਟ ਆ ਰਿਹਾ ਹੈ, ਮੇਰੇ ਜੀਵਨ ਦੇ ਵਿੱਚ ਤਕਲੀਫਾਂ ਆ ਰਹੀਆਂ ਹੈ, ਮੈਨੂੰ ਫਲ ਨਹੀਂ ਮਿਲ ਰਿਹਾ ਹੈ। ਇਸ ਦਾ ਕਾਰਨ ਹੈ ਪਰਮੇਸ਼ਰ ਮੈਨੂੰ ਅਨੁਸ਼ਾਸਨ ਵਿੱਚ ਲੈ ਕੇ ਆ ਰਿਹਾ ਹੈ। ਤੇ ਅਸੀਂ ਦੇਖਦੇ ਹਾਂ ਉਹ ਇਸ ਤੋਂ ਬਚਣਾ ਚਾਹੁੰਦਾ ਸੀ। ਕਿਵੇਂ ਬਚਣਾ ਚਾਹੁੰਦਾ ਸੀ? ਇੱਕ ਕਬੂਤਰ ਦੇ ਵਾਂਗ ਉੱਡ ਜਾਣਾ ਚਾਹੁੰਦਾ ਸੀ। ਕਈ ਲੋਕ ਇਸੇ ਤਰ੍ਹਾਂ ਕਰਦੇ ਆ, ਜਦੋਂ ਕੋਈ ਗੱਲ ਹੋਵੇ, ਆਪਣਾ ਗਲਤੀ ਹੋਵੇ ਤਾਂ ਉੱਥੋਂ ਉੱਡ ਜਾਂਦੇ ਆ। ਉਹ ਕਹਿੰਦੇ ਆ ਨਹੀਂ ਜੀ ਅਸੀਂ ਆਪਣਾ ਏਦਾਂ, ਉਹ ਬੜੇ ਹੱਥ ਉੱਤੇ ਜੋੜ ਕੇ ਆਪਣੇ ਜੀਵਨ ਦੇ ਵਿੱਚ। ਪਰ ਪਤਾ ਨਹੀਂ, ਜਦੋਂ ਪਰਮੇਸ਼ਰ ਅਨੁਸ਼ਾਸਿਤ ਕਰਦਾ ਹੈ ਤਾਂ ਬਹੁਤ ਦੁੱਖ ਅਤੇ ਪੀੜਾ ਹੁੰਦੀ ਹੈ, ਬਹੁਤ ਦੁੱਖ ਅਤੇ ਪੀੜਾ ਹੁੰਦੀ ਹੈ। ਉਹ ਪਰਮੇਸ਼ਰ ਦਾ ਅਨੁਸ਼ਾਸਨ ਹੁੰਦਾ ਹੈ, ਉਸ ਨੂੰ ਸਮਝਣਾ ਹੈ। ਜਦੋਂ ਮੇਰੇ ਜੀਵਨ ਦੇ ਵਿੱਚ ਕੋਈ ਕਸ਼ਟ ਆਉਂਦਾ ਹੈ, ਕਲੇਸ਼ ਆਉਂਦਾ, ਤਾਂ ਸਭ ਤੋਂ ਪਹਿਲਾਂ ਮੈਂ ਪਰਮੇਸ਼ਰ ਦੇ ਵਚਨ ਵਿੱਚ ਜਾਂਦਾ ਅਤੇ ਮੈਂ ਪਰਮੇਸ਼ਰ ਤੋਂ ਪੁੱਛਦਾ, ਪਰਮੇਸ਼ਰ ਮੇਰੇ ਤੋਂ ਕੋਈ ਗਲਤੀ ਹੋਈ ਹੈ ਜਾਂ ਮੇਰੇ ਕੋਲੋਂ ਕੋਈ ਅਜਿਹਾ। ਫਿਰ ਮੈਂ ਆਪਣੇ ਜੀਵਨ ਦੇ ਹਰ ਇੱਕ ਪਲ ਨੂੰ ਸੋਚਦਾ, ਉਸ ਤੇ ਧਿਆਨ ਕਰਦਾ, ਤਾਂ ਮੈਨੂੰ ਪਰਮੇਸ਼ਰ ਦਾ ਆਤਮਾ ਚਿਤਾਉਂਦਾ ਤਾਂ ਇਹ ਗਲਤੀ ਕੀਤੀ ਹੈ, ਇਸ ਦੀ ਸਜ਼ਾ ਤੇਰੇ ਜੀਵਨ 'ਚ। ਤੇ ਮੈਨੂੰ ਉੱਥੋਂ ਕੀ ਕਰਨਾ ਚਾਹੀਦਾ? ਪਛਤਾਪ ਕਰਨਾ ਚਾਹੀਦਾ। ਮੈਂ ਗਲਤੀ ਕੀਤੀ ਹੈ ਪਰਮੇਸ਼ਰ, ਮੈਂ ਤੇਰੇ ਨਿਯਮ ਨੂੰ ਮੈਂ ਤੋੜਿਆ ਹੈ। ਮੈਂ ਜਾਣਦਾ ਹਾਂ ਕਿ ਮੈਂ ਤੇਰੇ ਨਿਯਮ ਦੇ ਵਿਰੁੱਧ ਹਾਂ। ਇਹ ਸਜ਼ਾ ਮੇਰੇ ਉੱਤੇ ਇਸ ਕਰਕੇ ਆਈ ਹੈ। ਆਈ ਐਮ ਗਿਲਟੀ। ਮੈਂ ਮੰਨਦਾ ਹਾਂ ਪਰਮੇਸ਼ਰ, ਮੈਂ ਅਪਰਾਧੀ ਹਾਂ। ਔਰ ਦਾਊਦ ਨੇ ਪਾਪ ਕੀਤਾ ਸੀ। ਦਾਊਦ ਦਾ ਪਾਪ ਉਸ ਦੇ ਸਾਹਮਣੇ ਆਇਆ ਸੀ। ਉਸ ਦੇ ਪਾਪ ਕਰਕੇ ਉਸ ਦੇ ਜੀਵਨ ਦੇ ਵਿੱਚ ਦੁੱਖ ਆਇਆ ਸੀ, ਔਰ ਦੁੱਖ ਥੋੜਾ ਨਹੀਂ, ਬਹੁਤ ਜ਼ਿਆਦਾ ਆਇਆ ਸੀ। ਮੈਂ ਸਮਝਦਾ ਹਾਂ ਜਦੋਂ ਦਾਊਦ ਦੇ ਜੀਵਨ ਦੇ ਵਿੱਚ ਦੁੱਖ ਆਇਆ ਤਾਂ ਉਸ ਦਾ ਪਿਆਰਾ ਪੁੱਤਰ, ਜਿਸ ਦੇ ਉੱਤੇ ਉਸ ਨੂੰ ਆਸ ਸੀ, ਉਹ ਮਰ ਗਿਆ। ਪਰਮੇਸ਼ਰ ਨੇ, ਔਰ
ਦਾਊਦ ਉਸ ਦੇ ਲਈ ਪਿੱਟਦਾ ਰਿਹਾ, ਰੋਂਦਾ ਰਿਹਾ, ਦੁੱਖ ਮਨਾਉਂਦਾ ਰਿਹਾ, ਕਿਉਂਕਿ ਨਤਾਨ ਨਬੀ ਨੇ ਦੱਸ ਦਿੱਤਾ ਸੀ, ਯੂ ਆਰ ਰੋਂਗ। ਤੂੰ ਪਰਮੇਸ਼ਰ ਦੇ ਨਿਯਮ, ਸ਼ਰਾ, ਇੱਕ ਇੱਕ ਵਚਨ ਨੂੰ 10 ਹੁਕਮ ਜੋ ਤੇਰੇ ਸਾਹਮਣੇ ਰੱਖੇ ਹੋਏ ਸੀ, ਤੈਂ ਉਹਨਾਂ ਨੂੰ ਤੋੜਿਆ ਹੈ। ਇਸ ਲਈ ਪਰਮੇਸ਼ਰ ਦਾ ਦੰਡ, ਉਸਨੇ ਮਾਫੀ ਤਾਂ ਮੰਗ ਲਈ, ਪਰਮੇਸ਼ਰ ਨੇ ਉਹਨੂੰ ਮਾਫ ਕਰ ਦਿੱਤਾ, ਪਰ ਉਸਦੇ ਜੀਵਨ ਦੇ ਵਿੱਚ ਉਸਦਾ ਦੁੱਖ ਆਇਆ ਹੈ। ਉਸਦੇ ਸ਼ਤਰੂਆਂ ਵਜੋਂ ਉਸਨੂੰ ਦੁੱਖ ਆਇਆ ਹੈ, ਉਸਦੇ ਪਰਿਵਾਰ ਵਜੋਂ ਉਸਨੂੰ ਦੁੱਖ ਆਇਆ ਹੈ। ਪਿਆਰੋ, ਜਦੋਂ ਪਰਮੇਸ਼ਰ ਤਾੜਨਾ ਕਰਦਾ ਹੈ ਤਾਂ ਬਹੁਤ ਹੀ, ਜਦੋਂ ਤੁਸੀਂ ਨਹੀਂ ਮੰਨਦੇ ਹੋ ਤਾਂ ਤੁਹਾਡੇ ਘਰਾਂ ਦੇ ਵਿੱਚ ਉਸ ਤਾੜਨਾ ਨੂੰ ਲੈ ਕੇ ਆਉਂਦਾ ਹੈ। ਫਿਰ ਤੁਸੀਂ ਸੋਚਦੇ ਅਸੀਂ ਇੱਧਰੋਂ ਵੀ ਦੁਖੀ ਤੇ ਉੱਧਰੋਂ ਵੀ ਦੁਖੀ। ਪਰ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਮੁੜੀਏ। ਇਹ ਤਾਂ ਇੱਕ ਬਹੁਤ ਕੁਦਰਤੀ ਜਿਹਾ ਸੱਚ ਹੈ, ਜਦ ਬੱਚਿਆਂ ਨੂੰ ਉਹਨਾਂ ਦੇ ਮਾਪੇ ਉਹਨਾਂ ਨੂੰ ਉਹਨਾਂ ਦੀ ਗਲਤੀ ਦੇ ਉੱਤੇ ਤਾੜਨਾ ਦਿੰਦੇ ਆ, ਉਹਨਾਂ ਨੂੰ ਸਜ਼ਾ ਦਿੰਦੇ ਆ, ਤਾਂ ਉਸ ਗਲਤੀ ਦੇ ਬਾਬਤ ਦੁੱਖ ਅਤੇ ਤਾੜਨਾ ਹੈ। ਇੱਥੇ ਸਾਨੂੰ ਬੱਚਿਆਂ ਨੂੰ ਉਸ ਵੇਲੇ ਗੁੱਸਾ ਬੜਾ ਆਉਂਦਾ ਹੈ, ਬੱਚਿਆਂ ਨੂੰ ਉਸ ਵੇਲੇ ਨਫ਼ਰਤ ਬੜੀ ਆਉਂਦੀ ਹੈ ਆਪਣੇ ਮਾਤਾ ਪਿਤਾ ਤੇ, ਪਰ ਜਿਹੜਾ ਉਸ ਨੂੰ ਸਹਿ ਲੈਂਦਾ ਹੈ, ਜਿਹੜਾ ਉਸ ਨੂੰ ਝੱਲ ਲੈਂਦਾ ਹੈ, ਉਹ ਅੱਛਾ ਵਰਤਨ ਬਣ ਜਾਂਦਾ ਹੈ। ਪਰਮੇਸ਼ਰ ਦਾ ਅਨੁਸ਼ਾਸਨ ਮੈਨੂੰ ਅੱਛਾ ਬਰਤਨ ਬਣਾਉਣਾ ਚਾਹੁੰਦਾ ਹੈ। ਪਰਮੇਸ਼ਰ ਦਾ ਅਨੁਸ਼ਾਸਨ ਮੈਨੂੰ ਇੱਕ ਸਿੱਧ ਵਿਸ਼ਵਾਸੀ ਬਣਾਉਣਾ ਚਾਹੁੰਦਾ ਹੈ। ਪਰਮੇਸ਼ਰ ਦਾ ਅਨੁਸ਼ਾਸਨ ਮੈਨੂੰ ਇੱਕ ਪਰਮੇਸ਼ਰ ਦਾ ਸੱਚਾ ਪੁੱਤਰ ਬਣਾਉਣਾ ਚਾਹੁੰਦਾ ਹੈ। ਪਰ ਕੀ ਅਸੀਂ ਉਸ ਨੂੰ ਸਵੀਕਾਰ ਕਰ ਰਹੇ ਹਾਂ ਜਾਂ ਉਸ ਨੂੰ ਝੱਲਦੇ ਜਾ ਰਹੇ ਹਾਂ? ਅਸੀਂ ਉਸ ਦੇ ਬਾਬਤ ਤਾਨੇ ਮਿਹਣਿਆਂ ਨੂੰ ਵੀ ਸਹਿੰਦੇ ਹਾਂ। ਪਰਮੇਸ਼ਰ ਦੁੱਖ ਤੋਂ ਸਾਨੂੰ ਬਾਹਰ ਕੱਢਣਾ ਚਾਹੁੰਦਾ ਹੈ, ਪਰ ਅਸੀਂ ਉਸ ਦਾ ਇਕਰਾਰ ਕਰਦੇ, ਅਸੀਂ ਗਲਤ ਦਾ ਸਾਥ ਦੇ ਕੇ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਤਾੜਨਾ ਨੂੰ ਅਤ ਜ਼ਿਆਦਾ ਸਹਿ ਲੈਂਦੇ ਹਾਂ। ਔਰ ਫਿਰ ਅਸੀਂ ਕਹਿੰਦੇ ਹਾਂ ਇਹ ਪਤਾ ਨਹੀਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਵਜੋਂ ਆ। ਫਿਰ ਅਸੀਂ ਆਪਣਾ ਉਹਦੇ ਵੱਲੋਂ, ਮੈਂ ਇੱਕ ਚੀਜ਼ ਆਪ ਨੂੰ ਦੱਸਣਾ ਚਾਹੁੰਦਾ ਹਾਂ, ਬੱਚੇ ਪਰਮੇਸ਼ਰ ਵੱਲੋਂ ਦਾਨ ਹੈ। ਜਿਹੜੇ ਲੋਕ ਇਹ ਕਹਿੰਦੇ ਆ ਨਾ ਸਾਡੇ ਜੀਵਨ 'ਚ ਮੈਂ ਦੂਸਰਿਆਂ ਦੇ ਜੀਵਨ ਨੂੰ ਦੇਖਦਾ, ਦੂਸਰਿਆਂ ਦੇ, ਉੱਥੇ ਮਾਪਿਆਂ ਦੀ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਕਮਜ਼ੋਰ ਹੈ। ਉੱਥੇ ਮਾਪੇ ਪਰਮੇਸ਼ਰ ਦੇ ਦਿੱਤੇ ਹੋਏ ਅਨੁਸ਼ਾਸਨ ਦੇ ਪ੍ਰਤੀ ਸਟ੍ਰਿਕਟ ਨਹੀਂ ਹੈ। ਇਸ ਕਰਕੇ ਇੱਥੇ ਪਰਮੇਸ਼ਰ ਦਾ ਇੱਕ ਗੱਲ ਮੈਨੂੰ ਆਪਣਾ ਯਾਦ ਆਉਂਦੀ ਹੈ, ਉਹ ਹੈ ਸਵੀਕਾਰ ਕਰਨਾ। ਜਿਹੜੇ ਬੱਚੇ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਂਦੇ ਆ, ਉਹ ਬੱਚੇ ਮਾਪਿਆਂ ਦੇ ਅੱਗੇ ਆਦਰ ਦੇ ਯੋਗ ਹੋ ਜਾਂਦੇ ਆ, ਵਡਿਆਈ ਦੇ ਯੋਗ ਹੋ ਜਾਂਦੇ ਆ, ਉਹ ਫਿਰ ਉਸੇ ਸਰੂਪ ਨੂੰ ਪਾ ਲੈਂਦੇ ਆ। ਪਰ ਜਿਹੜੇ ਸਵੀਕਾਰ ਨਹੀਂ ਕਰਦੇ, ਮੇਰੇ ਭਾਈ ਅਤੇ ਭੈਣ, ਉਹ ਬੱਚਿਆਂ ਦਾ ਜੀਵਨ ਇਸ ਸੰਸਾਰ ਦੇ ਵਿੱਚ ਮਹਾ ਕਰਪਟ, ਅਨਆਗਿਆਕਾਰੀ, ਅਨਓਬੀਡੀਐਂਸ ਬੱਚਿਆਂ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਉਸ ਦਾ ਮੈਂ ਆਪ ਨੂੰ ਦੱਸ ਦਿੰਦਾ ਹਾਂ, ਜਦੋਂ ਐਲੀ ਦੇ ਬੱਚੇ ਪਰਮੇਸ਼ਵਰ ਦੇ ਨਿਯਮ ਨੂੰ ਤੋੜ ਰਹੇ ਸੀ, ਐਲੀ ਨੂੰ ਵੀ ਪਤਾ ਸੀ, ਪਰ ਉਹ ਡਿਸਪਲਿਨ ਨਾ ਕਰ ਸਕਿਆ। ਐਲੀ ਵੀ ਮਰ ਗਿਆ, ਉਸ ਨੂੰ ਵੀ ਪਰਮੇਸ਼ਰ ਵੱਲੋਂ ਸਜ਼ਾ ਮਿਲ ਗਈ, ਉਹਦੇ ਪੁੱਤਰਾਂ ਨੂੰ ਵੀ ਸਜ਼ਾ ਮਿਲੀ। ਇਹ ਪਰਮੇਸ਼ਰ ਦਾ ਅਨੁਸ਼ਾਸਨ ਹੈ ਮੇਰੇ ਭਾਈ ਅਤੇ ਭੈਣ। ਇਸ ਅਨੁਸ਼ਾਸਨ ਦੇ ਵਿੱਚ ਅਗਰ ਪਰਮੇਸ਼ਰ ਸਾਨੂੰ ਤਾੜਨਾ ਦੇ ਰਿਹਾ ਹੈ, ਦੁੱਖ ਦੇ ਰਿਹਾ ਹੈ, ਤਾਂ ਮੰਨ ਕੇ ਉਸ ਨੂੰ ਸਹਿ ਲਓ, ਤਾਂ ਪਰਮੇਸ਼ਵਰ ਆਪ ਨੂੰ ਇੱਕ ਅੱਛਾ ਵਿਅਕਤੀ ਬਣਾ ਕੇ ਆਪਣੇ ਸਾਹਮਣੇ ਰੱਖੇਗਾ। ਪਰ ਮੰਨਣਾ ਹੈ, ਜਦ ਅਸੀਂ ਮੰਨਦੇ ਨਹੀਂ ਤਾਂ ਸਾਡੇ ਜੀਵਨ ਦੇ ਵਿੱਚ ਇਹ ਗੱਲਾਂ ਆਉਂਦੀਆਂ ਹੈ। ਪਰ ਵਿਸ਼ਵਾਸੀ ਹੋਣ ਦੇ ਨਾਤੇ ਕਦੇ ਕਦੇ ਇਹ ਸਾਡੇ ਜੀਵਨ ਤੇ ਵੀ ਢੁੱਕਦਾ ਹੈ। ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਜਾਣਦੇ ਹੋਏ ਵੀ ਦੂਸਰਿਆਂ ਦੇ ਉੱਤੇ ਪ੍ਰਗਟ ਨਹੀਂ ਕਰਦੇ।
सानू पता है असी गलत हाँ, सानू पता है ये ठीक नहीं है, फिर भी असी उस व्यक्ति का साथ दिंदे हैं जिहड़ा गलत है। ते उसदा नतीजा साडे सामने है। बाइबल दे विच बहुत सारे अजिहे उदाहरण है जिहड़े परमेश्वर ने अनुशासित करन दे लई उन्हां दे जीवन च। तुसीं न्यायियां दी पुस्तक दे विच चले जाओ, उस नूं पढ़ो तां तुहानूं पता लगेगा जदों इसराइल गलती करदा ही परमेश्वर उन्हां नूं सिद्धा करन दे लई ताड़ना करदा सी अते दुख दिंदा सी। 7 अजिहे चक्कर न्यायियां दी पुस्तक दे विच सानू मिलणगे। परमेश्वर दे नियम नू अपने जीवन दे विच बगाड़ो ना। जे परमेश्वर सानू सच दे राह दे विच अपने पुत्र प्रभु यसु मसीह दे नाल लैके आया, क्योंकि असी सच तो मुड़ गए सी बाबे आदम दे राह, और उस सच तो मुड़न दे नाल असी परमेश्वर दी बादशाह तो दूर हो गए, असी पापी घोषित हो गए, सदा दी मौत साडे विच आ गई, असी उतों तो मरदे आ रहे हैं। पर धन्नवाद है परमेश्वर दा जिसने सानू इस मौत तो छुड़ाया, आज्ञाकारी पुत्र होने दे लई अपने प्यारे पुत्र प्रभु यसु मसीह नू कलवरी क्रूस दे उत्ते मेरे सारे पापां दा दंड चुकाण दे लई उस नू सलीब दे दित्ती। ओ कलवरी क्रूस दे उत्ते मैनू सच दी राह दे उत्ते लियाउण दे लई, मैनू परमेश्वर दा पुत्र बनाउण दे लई सलीब दे उत्ते मारिया गया अते दफन किया गया अते तीसरे दिहाड़े जी उठिया। किस लई? कि मैं परमेश्वर दे उस क्रोध तो बच सका जो मेरे उत्ते पाप दे कारण आया है। मौत, उस मौत तो बच जावां। पर जे असी विश्वासी होकर गलती करते हैं तो परमेश्वर की ताड़ना अते दुख मेरे जीवन में आते हैं। जिस दे विखे अबरानियां दी पुत्री, जदों मैं अबरानियां दी पुस्तक उसका 12 का 11 पढ़दा हाँ तो इत्थे लिखिया है, सारी ताड़ना उस वेले आनंद दी नहीं सगों सोग दी गल सुझदी है, पर मगरों उन्हां नूं जिहड़े उस नाल सिधाए गए हन धर्म दी गल, धर्म दी अते शांति दा फल दिंदी है। 12 दे विच गल साफ लिखी है। उस तो बाद असी देखते हैं जद असी अजमाइशां विच हुंदे हां, जद जिंदगी दियां मुश्किलां विच हुंदे हां, जद साडे सामने ओ आउंदियां है, तद साडा कुदरती सुभाव इस तो छुटकारा पाउण दे लई मुसीबत विच निकलना चाहुंदा है। उस वेले असी गलत रास्ता भी इख्तियार कर लैंदे हैं और बुराई का रास्ता भी इख्तियार कर लैंदे, इहदे विचों निकल जाइए बस किद्दां ना किद्दां करके कंप्रोमाइज कर लैंदे हैं। बाइबल कंप्रोमाइज का सानू किते भी सिद्धांत नहीं दिंदी है। बाइबल सानू उस पाप तो मुड़न का सिद्धांत दिंदी है, कंप्रोमाइज नहीं करती है। मेरे प्यारे भाई अते भैन, जिहड़े पापी व्यक्तियों दे नाल जिहड़े जानदे होए भी उन्हां नाल कंप्रोमाइज करदे है, वो भी पाप दे विच फस जाते, वो भी पाप दे विच नाश हो जाते। बाइबल सानू ये सिद्धांत नहीं सिखाउंदी। जदों मैं इब्रानियां 12 का 7 पढ़दा हाँ तो वो इस गल नूं दर्शाउंदी है। इत्थे लिखिया है, तुसी सहारा जो करदे हो ये ताड़े जाण दे निमित्त है, परमेश्वर तुहाडे नाल अजिहा वरतदा है जिहा पुत्तरां नाल, क्यों जो ओ किहड़ा पुत्तर है जिहनूं प्यो नहीं ताड़दा। बाइबल दे विच लिखिया है, इसे बाइबल दे विच मैं आप नूं दस रहा, तुसीं पढ़ सकदे हो। जिहड़ा प्यो अपने पुत्तर नूं नहीं ताड़दा, जिहड़ा प्यो अपने पुत्तर नूं अनुशासन दे विच नहीं लिआउंदा, जिहड़ा पुत्तर अपने प्यो अपने पुत्तर नूं तसीहे दे के उहनूं सिद्धा नहीं करदा, बाइबल दे विच लिखिया वो हराम दा है। 8 आयत दे विच इस गल नूं लिखिया है, कहंदा जे तुसी उस ताड़ना बिना रहे जिहदे विच सभे सांझी होए हन तां तुसी पुत्तर नहीं सगों हराम दे हो।
ਪਿਆਰੋ, ਅਸੀਂ ਜੇ ਗਲਤੀ ਕੀਤੀ ਹੈ ਉਸ ਨੂੰ ਮੰਨਣਾ ਹੈ ਔਰ ਮੰਨ ਕੇ ਉਸ ਤਾੜਨਾ ਨੂੰ ਸਹਿੰਦੇ ਹੋਏ ਉਸ ਦੁੱਖ ਤੋਂ, ਜਿਸ ਦੁੱਖ ਨੂੰ ਮੈਂ ਜਾਣਦਾ ਕਿ ਮੇਰੇ ਕਾਰਨ, ਇਸ ਕਾਰਨ ਆਇਆ ਦੁੱਖ, ਮੇਰੀ ਜ਼ਿੰਦਗੀ 'ਚ ਇਸ ਲਈ ਦੁੱਖ ਆਇਆ ਹੈ, ਜਦ ਇਹ ਦੁੱਖ ਸਾਡੇ ਜੀਵਨ 'ਚ ਸਾਨੂੰ ਸਮਝ ਆ ਜਾਂਦਾ ਹੈ, ਇਹ ਤਾੜਨਾ ਸਾਨੂੰ ਸਮਝ ਆ ਜਾਂਦੀ ਹੈ, ਤਾਂ ਮੁੜੋ। ਬਾਈਬਲ ਦੱਸਦੀ ਆ ਮੁੜੋ ਅਤੇ ਜਿਉਂਦੇ ਰਹੋ। ਫਿਰ ਪਰਮੇਸ਼ਰ ਦਾ ਪ੍ਰਤੀਫਲ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ। ਉਸ ਪ੍ਰਤੀਫਲ ਨੂੰ ਆਪਣੇ ਜੀਵਨ ਵਿੱਚ ਲਿਆਣਾ ਹੈ। ਔਰ ਜਦੋਂ ਅਸੀਂ ਸਹਿਣ ਦਾ ਸ਼ਬਦ ਯੂਜ਼ ਕਰਦੇ ਹਾਂ, ਸਹਿਣ ਸ਼ਬਦ ਦਾ ਮਤਲਬ ਹੈ ਅਧੀਨ ਰਹਿਣਾ, ਪਰਮੇਸ਼ਰ ਵਿੱਚ ਬਣੇ ਰਹਿਣਾ। ਜਦ ਅਸੀਂ ਉਸ ਨੂੰ ਨਹੀਂ ਸਹਿੰਦੇ ਹਾਂ, ਦੂਸਰੇ ਪਾਸੇ ਨਿਕਲ ਜਾਂਦੇ ਹਾਂ, ਹੌਲ ਜਲੂਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ, ਇਹਦਾ ਮਤਲਬ ਹੈ ਅਸੀਂ ਪਾਪ ਵਿੱਚ ਹਜੇ ਵੀ ਬਣੇ ਹੋਏ ਹਾਂ, ਅਸੀਂ ਉਸ ਦਾ ਇਕਰਾਰ ਨਹੀਂ ਕਰ ਰਹੇ ਹਾਂ। ਸਾਨੂੰ ਪਤਾ ਹੈ ਅਸੀਂ ਗਲਤੀ ਕੀਤੀ, ਫਿਰ ਵੀ ਅਸੀਂ ਉਹਦਾ ਇਕਰਾਰ, ਅਸੀਂ ਆਕੜ ਨਾਲ ਬੈਠੇ ਹੋਏ ਹਾਂ, ਅਸੀਂ ਸਹੀ ਹਾਂ, ਪਰ ਉਹ ਦੰਡ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਲੈ ਕੇ ਆ ਰਿਹਾ ਹੈ। ਉਸ ਤੋਂ ਕਿੱਦਾਂ ਬਚੋਗੇ? ਇਸ ਗੱਲ ਨੂੰ ਸਮਝੋ, ਇਸ ਗੱਲ ਨੂੰ ਜਾਣੋ। ਜਦ ਤੱਕ ਅਸੀਂ ਇਹ ਚੀਜ਼ ਨਹੀਂ ਜਾਣਦੇ ਹਾਂ, ਸਹਿਣ ਦਾ ਮਤਲਬ ਅਧੀਨ ਰਹਿਣਾ, ਜਦ ਤੱਕ ਅਸੀਂ ਉਸ ਤਾੜਨਾ ਦੇ ਵਿੱਚੋਂ ਨਹੀਂ ਨਿਕਲਦੇ ਹਾਂ, ਉਦੋਂ ਤੱਕ ਅਸੀਂ ਕਦੇ ਵੀ ਪਰਮੇਸ਼ਰ ਦੇ ਪ੍ਰਤੀਫਲ ਨੂੰ ਨਹੀਂ ਪਾ ਸਕਦੇ। ਜਦੋਂ ਅਸੀਂ ਸਹਿ ਲੈਂਦੇ ਹਾਂ ਤਾਂ ਪਰਮੇਸ਼ਰ ਦੀ ਅਧੀਨਤਾ ਆ ਜਾਂਦੀ ਹੈ, ਅਧੀਨਤਾ ਆ ਜਾਂਦੀ ਹੈ ਤਾਂ ਪਛਤਾਵਾ ਆ ਜਾਂਦਾ ਹੈ, ਪਛਤਾਵਾ ਆ ਜਾਂਦਾ ਹੈ ਤਾਂ ਪਰਮੇਸ਼ਰ ਦੀ ਆਸ਼ੀਸ਼ ਮੇਰੇ ਵਿੱਚ ਫੇਰ ਪੁੱਤਰ ਦੀ ਮਾਨਤਾ ਜਾਂਦੀ। ਔਰ ਅੰਤਿਮ ਗੱਲ ਮੈਂ ਆਪ ਨੂੰ ਦੱਸਣਾ ਚਾਹੁੰਦਾ, ਸਾਡੇ ਜੀਵਨ ਵਿੱਚ ਪਰਮੇਸ਼ਰ ਦੀ ਤਾੜਨਾ ਧਾਰਮਿਕਤਾ ਦਾ ਫਲ ਲੈ ਕੇ ਆਉਂਦੀ ਹੈ, ਧਾਰਮਿਕਤਾ ਦਾ ਫਲ ਲੈ ਕੇ ਆਉਂਦੀ ਹੈ ਅਤੇ ਫਲ ਪੈਦਾ ਕਰਦੀ ਹੈ। ਭਾਵੇਂ ਇਹ ਉਹਨਾਂ ਦੇ ਲਈ ਦੁਖਦਾਈ ਹੈ ਜਿਹੜੇ ਇਸ ਦੁਆਰਾ ਸਿਧਾਏ ਜਾਂਦੇ ਹਨ। ਉਸ ਤੋਂ ਅਸੀਂ ਕਸਰਤ, ਕਰਮ ਭਾਵ ਜਿਮ ਦੇ ਵਿੱਚ ਜਿਵੇਂ ਜਾਂਦੇ ਹਾਂ, ਜਿਮ ਦੇ ਵਿੱਚ ਅਸੀਂ ਐਕਸਰਸਾਈਜ਼ ਕਰਦੇ ਹਾਂ, ਉਸ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਹੈ, ਅਸੀਂ ਬਹੁਤ ਪਸੀਨਾ ਕੱਢਦੇ ਹਾਂ। ਇਹਦਾ ਮਤਲਬ ਤੰਦਰੁਸਤ ਰਹਿਣ ਲਈ, ਜੇ ਅਸੀਂ ਪਰਮੇਸ਼ਰ ਦੀ ਉਸ ਤਾੜਨਾ ਨੂੰ ਸਹਿ ਲੈਂਦੇ ਹਾਂ ਤਾਂ ਅਸੀਂ ਪਵਿੱਤਰਤਾ ਦੇ ਵਿੱਚ ਸਾਫ਼ ਹੁੰਦੇ ਹਾਂ। ਮੇਰੇ ਭਾਈ ਅਤੇ ਭੈਣ, ਉਸ ਨੂੰ ਸਹਿਣਾ ਹੈ, ਕਸਰਤ ਕਰਨੀ ਹੈ। ਉਸ ਦੀ ਕਸਰਤ ਕਰਨ ਦਾ ਮਤਲਬ ਹੈ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਹੈ। ਜੇ ਮੇਰੇ ਜੀਵਨ 'ਚ ਕਸ਼ਟ ਹੈ ਤਾਂ ਸਮਝ ਲਓ ਮੈਂ ਕਿਤੇ ਨਾ ਕਿਤੇ ਪਾਪ ਕੀਤਾ ਹੈ। ਉਸ ਪਾਪ ਦਾ ਪਛਤਾਤਾਪ ਕਰਨਾ ਹੈ, ਪਛਤਾਤਾਪ ਕਰਕੇ ਪਰਮੇਸ਼ਰ ਤੋਂ ਮਾਫੀ ਮੰਗਦੇ ਹੋਏ ਉਸ ਦਾ ਧਾਰਮਿਕਤਾ ਦਾ ਫਲ ਆਪਣੇ ਵਿੱਚ ਲੈ ਕੇ ਆਉਣਾ। ਧਾਰਮਿਕਤਾ ਦਾ ਪ੍ਰਤੀਫਲ ਪਰਮੇਸ਼ਰ ਦੇ ਨਾਲ ਪਵਿੱਤਰਤਾ ਦਾ ਮੇਲ, ਕਿਉਂਕਿ ਉਹ ਪਵਿੱਤਰ ਹੈ। ਤੇ ਜਦੋਂ ਸਾਡਾ ਮੇਲ ਹੋ ਜਾਂਦਾ ਹੈ ਫਿਰ ਅਸੀਂ ਪਰਮੇਸ਼ਰ ਦੀ ਸੰਤਾਨ ਬਣ ਜਾਂਦੇ ਹਾਂ। ਦਰਦ ਦੇ ਨਾਲ ਆਤਮਿਕ ਲਾਭ ਹੋਣਗੇ। ਜੇ ਅਸੀਂ ਦਰਦ ਨਹੀਂ ਲੈਂਦੇ ਹਾਂ ਤਾਂ ਸਾਨੂੰ ਫਲ ਨਹੀਂ ਮਿਲੇਗਾ। ਇੱਕ ਮਾਂ ਜਦੋਂ ਜਨਮ ਦਿੰਦੀ ਹੈ ਬੱਚੇ ਨੂੰ ਤਾਂ ਦਰਦ ਦੇ ਨਾਲ ਦਿੰਦੀ ਹੈ, ਤਾਂ ਹੀ ਫਲ ਆਉਂਦਾ ਹੈ। ਜੇ ਉਹ ਆਪਣਾ ਦਰਦ ਨਹੀਂ ਲੈਂਦੀ ਹੈ ਤਾਂ ਮੌਤ ਦੇ ਵਿੱਚ ਆ ਜਾਂਦੀ ਹੈ। ਇਸ ਲਈ ਪਾਪਾਂ ਤੋਂ ਪਛਤਾਤਾਪ ਸਾਡੇ ਜੀਵਨ ਦੇ ਵਿੱਚ ਫਲ ਲੈ ਕੇ ਆਉਂਦਾ ਹੈ। ਉਹ ਫਲ ਲੈ ਕੇ ਆਉਂਦਾ ਹੈ ਜੀਵਨ ਦਾ। ਇਸ ਲਈ ਪਛਤਾਤਾਪ ਕਰਨਾ ਹੈ। ਆਓ ਆਪਾਂ ਪਰਮੇਸ਼ਰ ਦੇ ਕਿਰਪਾਲੂ ਹੱਥਾਂ ਹੇਠ ਜਾਈਏ, ਜਿਸ ਤੋਂ ਪਰਮੇਸ਼ਰ ਸਾਨੂੰ ਆਪਣੇ ਆਤਮਿਕ ਫਲਾਂ ਦੇ ਨਾਲ, ਪਛਤਾਵੇ ਦੇ ਨਾਲ, ਸਦੀਪਕ ਜਿਉਣ ਦੇ ਨਾਲ ਭਰ ਦੇਵੇ, ਤਾਂ ਕਿ ਪਰਮੇਸ਼ਰ ਜਿਹੜਾ ਦੁੱਖ ਅਤੇ ਤਾੜਨਾ ਦੇ ਨਾਲ ਆਪਣੇ ਅਨੁਸ਼ਾਸਨ ਵਿੱਚ ਰੱਖਦਾ, ਇਸ ਲਈ ਕਿ ਅਸੀਂ ਉਸ ਦੇ ਬਹੁਤੇ ਫਲਾਂ ਨੂੰ ਪ੍ਰਾਪਤ ਕਰੀਏ। ਪਰਮੇਸ਼ਰ ਅਜਿਹਾ ਮੈਨੂੰ ਅਤੇ ਆਪ ਨੂੰ ਪ੍ਰਾਪਤ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ ਮਰਾਨਾਥਾ।